हाँ जी स्टूडेंट्स, आज ਦੇ ਅਸੀਂ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਨੈਕਸਟ ਟੌਪਿਕ ਕਲੋਜ਼ਰ ਲੁੱਕ ਐਟ ਸਮ ਮੈਡੀਵਲ ਸਿਟੀਜ਼। ਮੈਡੀਵਲ ਪੀਰੀਅਡ ਆਫ ਹਿਸਟਰੀ ਦੇ ਦੌਰਾਨ ਕੁਝ ਮੇਨ ਸਿਟੀਜ਼ ਬਾਰੇ ਡਿਸਕਸ ਕਰਾਂਗੇ। ਹੰਪੀ ਸਿਟੀ ਸੀਗਾ ਇੱਕ ਮੇਨ। ਇਹਨਾਂ ਦਾ ਸਾਈਟ ਆਫ ਸਿਟੀ ਵਿਜੇਨਗਰ ਔਨ ਦ ਬੈਂਕ ਆਫ ਦ ਰਿਵਰ ਤੁੰਗਭਦਰਾ ਇਨ ਕਰਨਾਟਕਾ ਇਜ਼ ਨਾਓ ਕਾਲਡ ਹੰਪੀ। ਇਹ ਜਿਹੜਾ ਸ਼ਹਿਰ ਹੰਪੀ ਹੈ ਇਹ ਵਿਜੇਨਗਰ ਕਿੰਗਡਮ ਦਾ ਮੇਨ ਸਿਟੀ ਸੀਗਾ। ਤੁੰਗਭਦਰਾ ਰਿਵਰ ਦੇ ਕਿਨਾਰੇ 'ਤੇ ਹੈ ਕਰਨਾਟਕਾ ਦੇ ਵਿੱਚ। 1336 ਤੋਂ ਲੈ ਕੇ 1565 ਤੱਕ ਸਾਨੂੰ ਪਤਾ ਹੈ ਕਿ ਵਿਜੇਨਗਰ ਕਿੰਗਡਮ ਜਿਹੜਾ ਹੈ ਬਹੁਤ ਹੀ ਵੱਡੀ ਅਤੇ ਪਾਵਰਫੁਲ ਕਿੰਗਡਮ ਸੀ ਸਾਊਥ ਇੰਡੀਆ ਦੀ। ਔਰ ਵਿਜੇਨਗਰ ਕਿੰਗਡਮ ਜਿਹੜੀ ਸੀਗੀ ਕ੍ਰਿਸ਼ਨਾ ਦੇਵਾ ਰਾਇਆ ਦੇ ਟਾਈਮ ਬਹੁਤ ਹੀ ਪਾਵਰਫੁਲ ਹੁੰਦੀ ਸੀਗੀ। ਵਿਜੇਨਗਰ ਕਿੰਗਡਮ ਦੇ ਵਿੱਚ ਅਲੱਗ-ਅਲੱਗ ਟਾਈਮ 'ਤੇ ਫੋਰਨ ਟਰੈਵਲਰ ਆਏ, ਜਿਵੇਂ ਇਟਲੀ ਤੋਂ ਨਿਕੋਲੋ ਕੌਂਟੀ ਆਇਆ ਸੀਗਾ, ਪਰਸ਼ੀਆ ਤੋਂ ਆਇਆ ਸੀ ਅਬਦੁਲ ਰਜ਼ਾਕ, ਇਸੇ ਤਰ੍ਹਾਂ ਹੀ ਡੋਮਿੰਗੋ ਪੇਸ ਆਇਆ ਸੀ ਪੁਰਤਗਾਲ ਤੋਂ। ਅਕੋਰਡਿੰਗ ਟੂ ਦ ਡਿਸਕ੍ਰਿਪਸ਼ਨਸ, ਇਹਨਾਂ ਟਰੈਵਲਰਸ ਨੇ ਜੋ ਆਪਣੀ ਬੁੱਕਸ ਦੇ ਵਿੱਚ ਲਿਖਿਆ ਹੈ ਉਹ ਤੋਂ ਪਤਾ ਲੱਗਦਾ ਕਿ ਹੰਪੀ ਨਾਮ ਦਾ ਜਿਹੜਾ ਸਿਟੀ ਸੀ ਵੈਲ ਫੋਰਟੀਫਾਈਡ ਸੀ। ਇਹਦੇ ਚਾਰੋਂ ਪਾਸੇ ਦੀਵਾਰਾਂ ਸੀਗੀਆਂ ਔਰ ਕਿਲ੍ਹਾਬੰਦੀ ਹੋਈ ਸੀ ਹੰਪੀ ਦੀ। ਔਰ ਇਟ ਵਾਜ਼ ਆਲਸੋ ਨੈਚੁਰਲੀ ਪ੍ਰੋਟੈਕਟਡ ਬਾਏ ਰੌਕੀ ਰਿਜਿਸ ਐਂਡ ਦ ਰਿਵਰ ਤੁੰਗਭਦਰਾ। ਸੋ ਦੁਸ਼ਮਣ ਦੇ ਹਮਲਿਆਂ ਤੋਂ ਇਹ ਬਚਿਆ ਰਹਿੰਦਾ ਸੀਗਾ, ਕਿਉਂਕਿ ਇੱਕ ਸਾਈਡ 'ਤੇ ਇਹਦੇ ਪਹਾੜ ਛੋਟੀਆਂ ਪਹਾੜੀਆਂ ਸੀਗੀਆਂ ਔਰ ਦੂਜੇ ਸਾਈਡ ਦੇ ਉੱਪਰ ਇਹਦੇ ਤੁੰਗਭਦਰਾ ਨਦੀ ਪੈਂਦੀ ਸੀ, ਜਿਸ ਕਾਰਨ ਦੁਸ਼ਮਣ ਜਿਹੜਾ ਆਸਾਨੀ ਨਾਲ ਹਮਲਾ ਨਹੀਂ ਸੀ ਕਰ ਸਕਦਾ ਹੰਪੀ ਸਿਟੀ ਦੇ ਉੱਪਰ। ਬਿਸਾਈਡਸ ਬਿਊਟੀਫੁਲ ਪੈਲੇਸਿਸ, ਇੱਥੇ ਸੁੰਦਰ ਮਹਿਲ ਵੀ ਸੀਗੇ, ਲੇਕਿਨ ਉਹਨਾਂ ਤੋਂ ਇਲਾਵਾ ਹੋਰ ਵੀ ਬੜੇ ਸੁੰਦਰ ਮੰਦਰ ਸੀਗੇ ਸ਼ਹਿਰ ਦੇ ਵਿੱਚ, ਜਿਨ੍ਹਾਂ ਦੇ ਵਿੱਚ ਵੀਠਲ ਸਵਾਮੀ ਮੰਦਰ, ਵੀਰੂਪਕਸ਼ਾ ਮੰਦਰ ਆਮ ਸੀਗੇ। ਟੈਂਪਲਸ ਵਰ ਕਲਚਰਲ ਸੈਂਟਰਸ, ਟੈਂਪਲ ਐਸੀ ਪਲੇਸ ਸੀਗੀ ਜਿੱਥੇ ਕਿ ਕਲਚਰਲ ਐਕਟੀਵਿਟੀਜ਼ ਬੜੀਆਂ ਹੁੰਦੀਆਂ ਸੀਗੀਆਂ। ਇੱਥੇ ਸਕਲਪਚਰ, ਮੂਰਤੀਕਾਰੀ ਦਾ ਕੰਮ, ਪੇਂਟਿੰਗ ਦਾ ਕੰਮ, ਡਿਵੋਸ਼ਨਲ ਮਿਊਜ਼ਿਕ, ਭਜਨ ਵਗੈਰਾ ਗਾਏ ਜਾਂਦੇ ਸੀ, ਡਾਂਸ ਹੁੰਦਾ ਸੀਗਾ, ਲਿਟਰੇਚਰ ਲਿਖਿਆ ਅਤੇ ਪੜ੍ਹਿਆ ਜਾਂਦਾ ਸੀਗਾ। ਡਿਵੋਸ਼ਨਲ ਡਾਂਸ ਵਾਜ਼ ਪਰਫੋਰਮਡ ਬਾਏ ਟੈਂਪਲ ਡਾਂਸਰਸ ਕਾਲਡ ਦੇਵਦਾਸੀਸ ਇਨ ਦ ਬਿਊਟੀਫੁਲ ਪਿਲਰਡ ਹਾਲ ਆਫ ਦ ਵੀਰੂਪਕਸ਼ਾ ਟੈਂਪਲ। ਵੀਰੂਪਕਸ਼ਾ ਟੈਂਪਲ ਦੇ ਹਾਲ ਦੇ ਵਿੱਚ ਦੇਵਦਾਸੀਆਂ ਜਿਹੜੀਆਂ ਸੀਗੀਆਂ ਉਹ ਟੈਂਪਲ ਦੇ ਵਿੱਚ ਡਾਂਸ ਕਰਦੀਆਂ ਸੀਗੀਆਂ ਆਪਣੇ ਧਰਮ ਨਾਲ ਰਿਲੇਟਡ। ਦ ਰਿਮੇਨਸ ਆਫ ਰੋਜ਼ ਆਫ ਸ਼ਾਪਸ on the either side of the road leading to this temple suggest that the temple was possibly a center of commerce as well. ਸੋ ਜੋ ਪੁਰਾਣੇ ਖੰਡਰ ਮਿਲੇ ਨੇ ਉਹ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੀਆਂ ਸ਼ਾਪਸ ਸੀਗੀਆਂ ਔਰ ਇਹ ਸ਼ਾਪਸ ਜਿਹੜੀਆਂ ਸੀ ਮੰਦਿਰ ਦੇ ਆਸ-ਪਾਸ ਹੁੰਦੀਆਂ ਸੀਗੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜਾ ਮੰਦਿਰ ਸੀਗਾ ਉਹ ਟ੍ਰੇਡ ਦਾ ਵੀ ਇੱਕ ਸੈਂਟਰ ਬਣ ਗਿਆ ਸੀਗਾ। ਇਹਦੇ ਆਸ-ਪਾਸ ਵਪਾਰਕ ਐਕਟੀਵਿਟੀਜ਼ ਬਹੁਤ ਹੁੰਦੀਆਂ ਸੀਗੀਆਂ। ਇਸਲਾਮਿਕ ਸਟਾਈਲ ਆਰਚੀਜ਼ ਐਂਡ ਡੋਮਸ ਵਰ ਯੂਜ਼ਡ ਇਨ ਸਮ ਬਿਲਡਿੰਗਸ। ਕੁਛ ਬਿਲਡਿੰਗਸ ਦੇ ਵਿੱਚ ਅਸੀਂ ਦੇਖਦੇ ਹਾਂ ਇੱਥੇ ਕਿ ਇਸਲਾਮਿਕ ਸਟਾਈਲ ਦੀ ਆਰਕੀਟੈਕਚਰ ਮਿਲਦੀ ਹੈ, ਉਸ ਤਰ੍ਹਾਂ ਦੀਆਂ ਹੀ ਡਾਟਾਂ ਔਰ ਜਿਹੜੇ ਉੱਪਰ ਗੁੰਮਟ ਬਣੇ ਹੋਏ ਆ, ਸੱਚ ਐਜ਼ ਦਾ ਐਲੀਫੈਂਟ ਸਟੇਬਲਸ ਦੇ ਵਿੱਚ ਐਗਜ਼ਾਮਪਲ ਦੇਖਣ ਨੂੰ ਮਿਲਦੀ ਹੈ। ਡੋਮਿੰਗੋ ਪੇਸ ਮੈਂਸ਼ਨ ਕਰਦਾ ਹੈ ਕਿ ਕਾਰਵਡ ਸਟੋਨ ਪਲੇਟਫਾਰਮ ਬਿਲਟ ਬਾਏ ਕਿੰਗ ਕ੍ਰਿਸ਼ਨਾ ਦੇਵਾ ਰਾਇਆ। ਡੋਮਿੰਗੋ ਪੇਸ ਨੇ ਆਪਣੀ ਬੁੱਕ 'ਚ ਲਿਖਿਆ ਹੈ ਕਿ ਕ੍ਰਿਸ਼ਨਾ ਦੇਵਾ ਰਾਇਆ ਨੇ ਇੱਕ ਜਿਹੜਾ ਹੈ ਤਰਾਸ਼ੇ ਹੋਏ ਪੱਥਰ ਦੇ ਨਾਲ ਇੱਕ ਪਲੇਟਫਾਰਮ ਬਣਾਇਆ ਸੀਗਾ। ਦਿਸ ਪਲੇਟਫਾਰਮ ਇਜ਼ ਨਾਓ ਕਾਲਡ ਦਾ ਮਹਾਨਵਮੀ ਦਿਬਾ। ਇਸ ਪਲੇਟਫਾਰਮ ਨੂੰ ਹੁਣ ਮਹਾਨਵਮੀ ਦਿਬਾ ਕਹਿੰਦੇ ਨੇ। ਦਿਬਾ ਦਾ ਮਤਲਬ ਹੁੰਦਾ ਹੈ ਪਲੇਟਫਾਰਮ। ਡਿਊਰਿੰਗ ਦਾ ਮਹਾਨਵਮੀ ਔਰ ਨਵਰਾਤਰੀ ਫੈਸਟੀਵਲ ਦ ਕਿੰਗ ਪੋਸੀਬਲੀ ਸੈਟ ਔਨ ਦਿਸ ਪਲੇਟਫਾਰਮ ਐਂਡ ਰਿਸੀਵ ਟ੍ਰਿਬਿਊਟਸ ਐਂਡ ਵਾਚਡ ਰੈਸਲਿੰਗ ਮੈਚਿਸ ਐਂਡ ਅਦਰ ਐਂਟਰਟੇਨਮੈਂਟਸ। ਜਦੋਂ ਮਹਾਨਵਮੀ ਹੁੰਦੀ ਸੀ ਜਾਂ ਨਵਰਾਤਰੀ ਹੁੰਦੀ ਸੀ ਫੈਸਟੀਵਲ, ਉਦੋਂ ਰਾਜਾ ਜਿਹੜਾ ਹੈ ਇਸ ਵੱਡੇ ਪਲੇਟਫਾਰਮ 'ਤੇ ਬੈਠਦਾ ਸੀਗਾ ਔਰ ਸਾਰਿਆਂ ਨੂੰ ਸ਼ਰਧਾਂਜਲੀ ਦਿੰਦੇ ਸੀਗੇ, ਰਿਸਪੈਕਟ ਦਿੰਦੇ ਸੀਗੇ। ਉੱਥੇ ਬੈਠ ਕੇ ਉਹ ਰੈਸਲਿੰਗ ਦੇ ਮੈਚ ਦੇਖਦਾ ਸੀਗਾ ਅਤੇ ਹੋਰ ਐਂਟਰਟੇਨਮੈਂਟ ਕਰਦਾ ਸੀਗਾ। ਅਬਦੁਲ ਰਜ਼ਾਕ ਨੇ ਵੀ ਲਿਖਿਆ ਹੈ, ਹੀ ਰੋਟ ਆਫ ਅ ਹਿਊਜ ਟੈਂਕ ਬਿਲਟ ਵਿਦ ਦ ਹੈਲਪ ਆਫ ਪੁਰਤਗੀਜ਼ ਮੈਸਨਸ। ਉਹਨੇ ਲਿਖਿਆ ਇੱਕ ਬਹੁਤ ਵੱਡਾ ਟੈਂਕ ਬਣਾਇਆ ਗਿਆ ਸੀਗਾ ਪੁਰਤਗਾਲ ਦੇ ਮਿਸਤਰੀਆਂ ਦੁਆਰਾ। ਚੈਨਲਸ ਵਰ ਕੰਸਟਰਕਟਿਡ ਟੂ ਸਪਲਾਈ ਵਾਟਰ ਫਰੋਮ ਦ ਟੈਂਕ ਟੂ ਡਿਫਰੈਂਟ ਪਾਰਟਸ ਆਫ ਦ ਸਿਟੀ। ਉਸ ਤੋਂ ਬਾਅਦ ਜਿਹੜਾ ਛੋਟੇ ਚੈਨਲ ਬਣਾਏ ਗਏ, ਪਾਣੀ ਦੇ ਰਸਤੇ ਬਣਾਏ ਗਏ, ਜਿਨ੍ਹਾਂ ਦੇ ਰਾਹੀਂ ਜਿਹੜਾ ਹੈ ਟੈਂਕ ਵਿੱਚੋਂ ਪਾਣੀ ਜਿਹੜਾ ਹੈ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਪਹੁੰਚਾਇਆ ਜਾਂਦਾ ਸੀਗਾ। ਹਾਂਜੀ, ਅੱਗੇ ਦੱਸਦਾ ਹੈ ਕਿ ਵਿਜੇਨਗਰ ਐਮਪਾਇਰ ਦੇ ਜਿਹੜੇ ਲੋਕ ਸੀਗੇ ਬਹੁਤ ਹੀ ਅਮੀਰ ਸੀਗੇ, ਖਾਸ ਕਰ ਹੰਪੀ ਸ਼ਹਿਰ ਦੇ ਵੀ, ਔਰ ਅਲੱਗ-ਅਲੱਗ ਏਰੀਆਜ਼ ਤੋਂ ਆ ਕੇ ਵਸੇ ਸੀਗੇ। ਜਿਹੜਾ ਹੰਪੀ ਸ਼ਹਿਰ ਸੀਗਾ ਇੱਥੇ ਤਰ੍ਹਾਂ ਦੀਆਂ ਐਗਰੀਕਲਚਰਲ ਚੀਜ਼ਾਂ ਮਿਲਦੀਆਂ ਸੀਗੀਆਂ। ਵਪਾਰ ਬਹੁਤ ਜ਼ਿਆਦਾ ਚੱਲਦਾ ਸੀ ਫੋਰਨ ਕੰਟਰੀਜ਼ ਨਾਲ ਵੀ ਔਰ ਦੇਸ਼ ਦੇ ਅੰਦਰ ਵੀ। ਇਨ ਗੁੱਡਸ ਸੱਚ ਐਜ਼ ਸਿਲਕ ਜਿਹੜੀ ਹੈ ਚਾਈਨਾ ਤੋਂ ਆਉਂਦੀ ਸੀ। ਸਪਾਈਸਿਸ ਫਰੋਮ ਦਾ ਮਾਲਾਬਾਰ ਰੀਜਨ, ਮਸਾਲੇ ਮਾਲਾਬਾਰ ਏਰੀਆ 'ਚ ਆਉਂਦੇ ਸੀਗੇ। ਪ੍ਰੈਸ਼ੀਅਸ ਸਟੋਨਸ ਫਰੋਮ ਬਰਮਾ, ਕੀਮਤੀ ਪੱਥਰ ਜਿਹੜੇ ਨੇ ਹੀਰੇ ਜਵਾਹਰਾਤ ਬਰਮਾ ਤੋਂ ਆਉਂਦੇ ਸੀਗੇ। ਟੈਕਸਟਾਈਲ ਇੰਡਸਟਰੀ ਵੀ ਇੱਥੇ ਬੜੀ ਫਲਰਿਸ਼ ਕਰਦੀ ਸੀਗੀ, ਕੱਪੜੇ ਦੀ ਇੰਡਸਟਰੀ।
ਮਾਈਨਿੰਗ ਇੰਡਸਟਰੀ ਬੜੀ ਚੱਲਦੀ ਸੀ, ਮੈਟਲ ਵਰਕ ਬੜਾ ਹੁੰਦਾ ਸੀਗਾ। ਵਿਜੇਨਗਰ ਐਮਪਾਇਰ ਦਾ ਜਿਹੜਾ ਰਾਜ ਵਪਾਰ ਸੀਗਾ ਉਹ ਅਰੇਬੀਆ, ਪਰਸ਼ੀਆ, ਅਫਰੀਕਾ, ਚਾਈਨਾ, ਸਾਊਥ ਈਸਟ ਏਸ਼ੀਆ, ਬਰਮਾ ਔਰ ਸ੍ਰੀਲੰਕਾ ਨਾਲ ਬਹੁਤ ਜ਼ਿਆਦਾ ਚੱਲਦਾ ਸੀਗਾ। ਵਿਜੇਨਗਰ ਐਮਪਾਇਰ ਦਾ ਜਿਹੜੀ ਸ਼ਾਨ ਵਾਲਾ ਪੀਰੀਅਡ ਸੀ ਉਹ 1565 ਦੇ ਵਿੱਚ ਖਤਮ ਹੋ ਗਿਆ, ਜਦੋਂ ਵਿਜੇਨਗਰ ਦੀਆਂ ਫੌਜਾਂ ਨੂੰ ਬੀਜਾਪੁਰ, ਗੋਲਕੋਂਡਾ ਔਰ ਅਹਿਮਦਾਨਗਰ ਦੇ ਕਿੰਗਸ ਨੇ ਮਿਲ ਕੇ ਹਰਾ ਦਿੱਤਾ। ਇਹ ਜਿਹੜਾ ਸ਼ਹਿਰ ਸੀ ਹੰਪੀ, ਇਹਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ ਉਸ ਟਾਈਮ 'ਤੇ ਔਰ ਤਬਾਹ ਕਰ ਦਿੱਤਾ ਗਿਆ, ਡਿਸਟਰੋਏ ਕਰ ਦਿੱਤਾ ਗਿਆ। ਮੈਨੀ ਆਫ ਇਟਸ ਪੀਪਲ ਵਰ ਕਿਲਡ, ਬਹੁਤ ਜ਼ਿਆਦਾ ਲੋਕ ਹੰਪੀ ਦੇ ਮਾਰੇ ਗਏ ਸੀਗੇ। ਅੱਜ ਅਸੀਂ ਪੜਾਂਗੇ ਮਸੂਲੀਪਟਨਮ। ਇਹ ਵੀ ਇੱਕ ਮੇਨ ਸਿਟੀ ਹੈਗਾ ਸੀਗਾ ਮੈਡੀਵਲ ਪੀਰੀਅਡ ਦਾ। ਇਹਦਾ ਮਸੂਲੀਪਟਨਮ ਔਰ ਮਛਲੀਪਟਨਮ in the delta of the river Krishna developed as a port city on the Coromandel coast। ਹਿੰਦੁਸਤਾਨ ਦੇ ਕੋਰੋਮੰਡਲ ਕੋਸਟ ਦੇ ਉੱਪਰ ਈਸਟਰਨ ਸਾਊਥ ਸਾਈਡ ਦੇ ਉੱਪਰ, ਸਾਊਥ ਈਸਟਰਨ ਸਾਈਡ 'ਤੇ ਮਸੂਲੀਪਟਨਮ ਨਾਮ ਦਾ ਜਿਹੜਾ ਸਿਟੀ ਹੈ ਪਾਇਆ ਜਾਂਦਾ ਹੈ, ਔਰ ਕ੍ਰਿਸ਼ਨਾ ਨਦੀ ਦੇ ਡੈਲਟਾ ਦੇ ਵਿੱਚ ਇਹਦੀ ਲੋਕੇਸ਼ਨ ਹੈਗੀ ਹੈ। ਇਟ ਵਾਸ ਸਿਚੁਏਟਡ ਇਨ ਦਾ ਕਿੰਗਡਮ ਆਫ ਗੋਲਕੰਡਾ ਕਿੰਗਡਮ ਦੇ ਵਿੱਚ ਇਹ ਸ਼ਹਿਰ ਸਥਿਤ ਹੈਗਾ ਸੀਗਾ। ਵੀਵਿੰਗ ਔਰ ਡਾਈਂਗ ਇੰਡਸਟਰੀ ਬਹੁਤ ਜ਼ਿਆਦਾ ਸੀਗੀ ਇੱਥੇ। ਕੱਪੜਾ ਬਣਾਉਣਾ ਔਰ ਕੱਪੜੇ ਨੂੰ ਡਾਈ ਕਰਨਾ, ਕਲਰ ਕਰਨਾ, ਇੱਥੇ ਮੇਨ ਕੰਮ ਹੁੰਦਾ ਸੀਗਾ। ਮਸੂਲੀਪਟਨਮ ਵਾਜ਼ ਨੋਨ ਫॉर ਦਾ ਪ੍ਰੋਡਕਸ਼ਨ ਆਫ ਡਾਈਡ ਕਾਟਨ ਕਲੋਥ। ਮਸੂਲੀਪਟਨਮ ਸ਼ਹਿਰ ਦੇ ਵਿੱਚ ਕਾਟਨ ਦੇ ਕੱਪੜੇ ਦੀ ਡਾਈ ਹੁੰਦੀ ਸੀਗੀ, ਉਹਨੂੰ ਰੰਗ ਕੀਤਾ ਜਾਂਦਾ ਸੀਗਾ, ਨੋਨ ਐਜ਼ ਸ਼ੀਟਸ। ਇਸ ਡਾਈ ਕੀਤੇ ਕਾਟਨ ਕਲੋਥ ਨੂੰ ਸ਼ੀਟਸ ਕਹਿੰਦੇ ਸੀਗੇ ਯੂਰਪ ਦੇ ਵਿੱਚ। Designs in colored dyes were painted onto the cloth using a bamboo column pen। ਔਰ ਡਾਈ ਕੀਤੇ ਹੋਏ ਕੱਪੜੇ ਦੇ ਉੱਪਰ ਡਿਜ਼ਾਈਨ ਪਾਇਆ ਜਾਂਦਾ ਸੀਗਾ ਇੱਕ ਕਲਮ ਦੇ ਨਾਲ, ਜੋ ਕਿ ਬੈਂਬੂ ਲੱਕੜੀ ਦਾ ਬਣੀ ਹੁੰਦੀ ਸੀ ਕਲਮ, ਉਹਦੇ ਨਾਲ ਉੱਪਰ ਡਿਜ਼ਾਈਨਿੰਗ ਕੀਤੀ ਜਾਂਦੀ ਸੀ। ਔਰ ਐਸੀ ਟੈਕਨੀਕ ਨੂੰ ਕਲਮਕਾਰੀ ਕਹਿੰਦੇ ਸੀਗੇ। ਕਲਮਕਾਰੀ ਕੱਪੜੇ ਦੀ ਡਿਮਾਂਡ ਬਹੁਤ ਜ਼ਿਆਦਾ ਸੀਗੀ ਵੈਸਟ ਏਸ਼ੀਆ ਔਰ ਯੂਰਪ ਦੇ ਵਿੱਚ। ਹੈਂਸ ਫੋਰਨ ਐਂਡ ਲੋਕਲ ਮਰਚੈਂਟਸ ਕੰਪੀਟਿਡ ਫॉर ਕੰਟਰੋਲ ਓਵਰ ਟ੍ਰੇਡ ਇਨ ਦਿਸ ਕਲੋਥ। ਸੋ ਇਸ ਕਾਰਨ ਹੀ ਵਿਦੇਸ਼ੀ ਵਪਾਰੀ ਔਰ ਹਿੰਦੁਸਤਾਨ ਦੇ ਵਪਾਰੀ ਆਪਸ ਦੇ ਵਿੱਚ ਮੁਕਾਬਲਾ ਕਰ ਰਹੇ ਸੀਗੇ ਕਿ ਉਹ ਇਸ ਕੱਪੜੇ ਦੇ ਵਪਾਰ ਦੇ ਉੱਪਰ ਆਪਣੀ ਮੋਨੋਪੋਲੀ ਕਾਇਮ ਕਰ ਲੈਣ। ਦਿਸ ਟ੍ਰੇਡ ਵਾਜ਼ ਕੰਟਰੋਲਡ ਐਂਡ ਜੈਲਸਲੀ ਗਾਰਡਡ ਬਾਈ ਕੁਤਬ ਸ਼ਾਹੀ ਰੂਲਰਸ ਆਫ ਗੋਲਕੰਡਾ। ਜਿਹੜਾ ਕਲਮਕਾਰੀ ਕੱਪੜੇ ਦਾ ਵਪਾਰ ਸੀਗਾ, ਇਹਦੇ ਉੱਪਰ ਕੁਤਬ ਸ਼ਾਹੀ ਜਿਹੜੇ ਕਿੰਗ ਸੀਗੇ ਗੋਲਕੋਂਡਾ ਦੇ, ਉਹਨਾਂ ਨੇ ਪੂਰਾ ਕੰਟਰੋਲ ਕਾਇਮ ਰੱਖਿਆ ਹੋਇਆ ਸੀਗਾ, ਉਹਨਾਂ ਦੇ ਅੰਡਰ ਇਹ ਟ੍ਰੇਡ ਹੁੰਦਾ ਸੀਗਾ। ਨੈਕਸਟ ਉਹ ਕਹਿੰਦਾ ਗੋਲਡ ਵਾਜ਼ ਇੰਪੋਰਟਡ ਐਟ ਮਸੂਲੀਪਟਨਮ ਐਂਡ ਦੈਨ ਡਿਸਟਰੀਬਿਊਟਡ ਟੂ ਅਦਰ ਰੀਜਨਸ ਆਫ ਇੰਡੀਆ। ਸੋਨਾ ਸਭ ਤੋਂ ਪਹਿਲਾਂ ਮਸੂਲੀਪਟਨਮ ਦੇ ਵਿੱਚ ਪਹੁੰਚਦਾ ਸੀਗਾ, ਜਿਹੜਾ ਕਿ ਦੂਜੇ ਦੇਸ਼ਾਂ ਤੋਂ ਮੰਗਾਇਆ ਜਾਂਦਾ ਸੀ। ਪਹਿਲਾਂ ਮਸੂਲੀਪਟਨਮ ਦੀ ਪੋਰਟ 'ਤੇ ਪਹੁੰਚਦਾ ਸੀਗਾ, ਫਿਰ ਉਸ ਤੋਂ ਬਾਅਦ ਮਸੂਲੀਪਟਨਮ ਤੋਂ ਇਹ ਸੋਨਾ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਪਹੁੰਚਦਾ ਸੀਗਾ। ਅੰਡਰ ਦਾ ਮੁਗਲਸ ਮਸੂਲੀਪਟਨਮ ਹੈਂਡਲਡ ਅ ਲੋਟ ਆਫ ਦਾ ਟ੍ਰੇਡ ਬਿਟਵੀਨ ਡਿਫਰੈਂਟ ਰੀਜਨਸ ਆਫ ਇੰਡੀਆ। ਮੁਗਲਾਂ ਦੇ ਅੰਡਰ ਮਸੂਲੀਪਟਨਮ ਦੇ ਵਿੱਚ ਕਾਫੀ ਜ਼ਿਆਦਾ ਵਪਾਰ ਹੁੰਦਾ ਸੀਗਾ ਔਰ ਇੱਥੋਂ ਜਿਹੜਾ ਹੈ ਹਿੰਦੁਸਤਾਨ ਦੇ ਅਲੱਗ-ਅਲੱਗ ਏਰੀਆਜ਼ ਵਿੱਚ ਸਮਾਨ ਪਹੁੰਚਾਇਆ ਜਾਂਦਾ ਸੀਗਾ। ਫॉर ਐਗਜ਼ਾਮਪਲ ਡਾਈਡ ਕਾਟਨ ਟੈਕਸਟਾਈਲਸ ਐਂਡ ਟੋਬੈਕੋ ਵਰ ਟਰਾਂਸਪੋਰਟਡ ਫਰੋਮ ਮਸੂਲੀਪਟਨਮ ਟੂ ਬੰਗਾਲ। ਡਾਈ ਕੀਤਾ ਹੋਇਆ ਕਾਟਨ ਦਾ ਕੱਪੜਾ ਔਰ ਤੰਬਾਕੂ ਜਿਹੜਾ ਹੈ ਮਸੂਲੀਪਟਨਮ ਤੋਂ ਬੰਗਾਲ ਜਾਂਦਾ ਸੀਗਾ। ਲਾਰਜ ਅਮਾਊਂਟਸ ਆਫ ਇੰਡੀਗੋ ਅ ਨੈਚੁਰਲ ਡਾਈ ਵਰ ਟਰਾਂਸਪੋਰਟਡ ਫਰੋਮ ਬੰਗਾਲ ਟੂ ਮਸੂਲੀਪਟਨਮ। ਲੇਕਿਨ ਦੂਜੇ ਪਾਸੇ ਬੰਗਾਲ ਦੇ ਵਿੱਚ ਜਿਹੜਾ ਹੈ ਨੀਲ ਕਾਫੀ ਸੀਗਾ ਔਰ ਉਹ ਨੀਲ ਜਿਹੜਾ ਹੈ ਮਸੂਲੀਪਟਨਮ ਪਹੁੰਚਾਇਆ ਜਾਂਦਾ ਸੀ ਬੰਗਾਲ ਤੋਂ। ਕਾਟਨ ਕਲੋਥ ਵਾਜ਼ ਆਲਸੋ ਸੈਂਟ ਟੂ ਮਸੂਲੀਪਟਨਮ ਫॉर ਡਾਈਂਗ। ਕਾਟਨ ਦਾ ਕੱਪੜਾ ਵੀ ਮਸੂਲੀਪਟਨਮ ਆਉਂਦਾ ਸੀਗਾ, ਜਿਹਦਾ ਕਿ ਡਾਈ ਦਾ ਕੰਮ, ਰੰਗ ਦਾ ਕੰਮ, ਕੱਪੜੇ ਨੂੰ ਰੰਗਣ ਦਾ ਕੰਮ ਮਸੂਲੀਪਟਨਮ ਵਿੱਚ ਕੀਤਾ ਜਾਂਦਾ ਸੀਗਾ। ਇਨ ਦਾ 17th century the Dutch, the English and the French established trade settlements at ਮਸੂਲੀਪਟਨਮ। 17th century ਦੇ ਵਿੱਚ ਡੱਚ ਵਪਾਰੀਆਂ ਨੇ, ਡੱਚ ਕੰਪਨੀਜ਼ ਨੇ, ਇੰਗਲਿਸ਼ ਨੇ ਔਰ ਫ੍ਰੈਂਚ ਨੇ ਇੱਥੇ ਆਪਣੀਆਂ ਟ੍ਰੇਡ ਸੈਟਲਮੈਂਟਸ, ਆਪਣੀਆਂ ਵਪਾਰਕ ਅੱਡੇ ਕਾਇਮ ਕਰ ਲਏ ਸੀਗੇ ਮਸੂਲੀਪਟਨਮ ਦੇ ਵਿੱਚ। ਆਫਟਰ ਬੰਬੇ, ਮਦਰਾਸ ਐਂਡ ਕੈਲਕਟਾ ਐਮਰਜਡ ਐਜ਼ ਇੰਪੋਰਟੈਂਟ ਸੈਂਟਰਸ ਆਫ ਯੂਰਪੀਅਨ ਟ੍ਰੇਡ। ਔਰ ਇਸ ਤੋਂ ਬਾਅਦ ਬੰਬੇ, ਮਦਰਾਸ ਔਰ ਕਲਕੱਤਾ ਜਿਹੜੇ ਮੇਨ ਸੈਂਟਰ ਬਣ ਗਏ ਯੂਰਪ ਦੇ ਟ੍ਰੇਡ ਦੇ। ਮੈਨੀ ਮਰਚੈਂਟਸ ਮੂਵਡ ਆਊਟ ਆਫ ਮਸੂਲੀਪਟਨਮ ਐਂਡ ਦਾ ਸਿਟੀ ਡਿਕਲਾਈਨਡ। ਹੌਲੀ ਹੌਲੀ ਕੀ ਹੋਇਆ ਕਿ ਨਵੇਂ ਜਿਹੜੇ ਸ਼ਹਿਰ ਸੀ ਬੰਬੇ, ਮਦਰਾਸ ਔਰ ਕਲਕੱਤਾ, ਉੱਥੇ ਜ਼ਿਆਦਾ ਟ੍ਰੇਡ ਹੋਣ ਲੱਗ ਗਿਆ ਯੂਰਪੀਅਨ ਕੰਪਨੀਜ਼ ਦੇ ਅੰਡਰ, ਜਿਸ ਕਾਰਨ ਮਸੂਲੀਪਟਨਮ ਦੇ ਤੋਂ ਵਪਾਰੀ ਜਿਹੜੇ ਨੇ ਉਹਨਾਂ ਨੇ ਬੰਬੇ ਵਗੈਰਾ ਜਾਣਾ ਸ਼ੁਰੂ ਕਰ ਦਿੱਤਾ। ਸੋ ਜਿਸ ਕਾਰਨ ਮਸੂਲੀਪਟਨਮ ਸ਼ਹਿਰ ਜਿਹੜਾ ਹੈ ਹੌਲੀ ਹੌਲੀ ਇਹਦਾ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਇਹ ਸ਼ਹਿਰ ਦਾ ਵਿਕਾਸ ਘਟ ਗਿਆ।
ਨੈਕਸਟ ਅਸੀਂ ਗੱਲ ਕਰਾਂਗੇ ਸੂਰਤ ਸਿਟੀ ਦੀ। ਸੂਰਤ ਵੀ ਇੱਕ ਪੋਰਟ ਸਿਟੀ ਸੀਗਾ ਜਿਹੜਾ ਕਿ ਤਾਪੀ ਰਿਵਰ ਦੇ ਲੈਫਟ ਬੈਂਕ ਦੇ ਉੱਪਰ ਸਥਿਤ ਸੀਗਾ। ਇਟ ਬਿਕੇਮ ਇੰਡੀਆਜ਼ ਚੀਫ ਪੋਰਟ ਅੰਡਰ ਦਾ ਮੁਗਲਸ, ਔਰ ਮੁਗਲਾਂ ਦੇ ਅੰਡਰ ਹਿੰਦੁਸਤਾਨ ਦੀ ਮੇਨ ਬੰਦਰਗਾਹ ਰਿਹਾ ਸੀਗਾ ਸੂਰਤ। ਸੂਰਤ ਵਾਜ਼ ਐਨ ਇੰਪੋਰਟੈਂਟ ਸੈਂਟਰ ਆਫ ਦ ਟੈਕਸਟਾਈਲ ਟ੍ਰੇਡ। ਸੂਰਤ ਵਿੱਚ ਕੱਪੜੇ ਦਾ ਵਪਾਰ ਬਹੁਤ ਜ਼ਿਆਦਾ ਹੁੰਦਾ ਸੀਗਾ। ਇਟ ਵਾਜ਼ ਲਿੰਕਡ ਟੂ ਬੰਗਾਲ ਬਾਈ ਟ੍ਰੇਡ ਰੂਟ ਥਰੂ ਆਗਰਾ, ਔਰ ਆਗਰਾ ਦੇ ਰਾਹੀਂ ਇਹਦਾ ਬੰਗਾਲ ਦੇ ਨਾਲ ਵਪਾਰ ਚੱਲਦਾ ਸੀਗਾ, ਆਗਰਾ ਦੇ ਰਸਤੇ। ਕਾਟਨ ਗਰੋਨ ਇਨ ਦਾ ਰੀਜਨ ਅਰਾਊਂਡ ਸੂਰਤ ਵਾਜ਼ ਟਰਾਂਸਪੋਰਟਡ ਟੂ ਬੰਗਾਲ ਅਲੋਂਗ ਦਿਸ ਰੂਟ, ਔਰ ਆਗਰਾ ਵਾਲੇ ਰੂਟ ਰਾਹੀਂ ਹੀ ਜਿਹੜੀ ਹੈ ਸੂਰਤ ਵਿੱਚ ਉਗਾਈ ਜਾਣ ਵਾਲੀ ਜਿਹੜੀ ਕਪਾਹ ਸੀਗੀ ਉਹ ਬੰਗਾਲ ਪਹੁੰਚਾਈ ਜਾਂਦੀ ਸੀਗੀ। ਐਂਡ ਫਾਈਨ ਕਾਟਨ ਟੈਕਸਟਾਈਲਸ ਪ੍ਰੋਡਿਊਸਡ ਇਨ ਬੰਗਾਲ ਵਰ ਟਰਾਂਸਪੋਰਟਡ ਟੂ ਸੂਰਤ ਟੂ ਬੀ ਸ਼ਿਪਡ ਟੂ ਵੈਸਟ ਏਸ਼ੀਆ, ਔਰ ਫਿਰ ਬੰਗਾਲ ਦੇ ਵਿੱਚ ਬਣਿਆ ਹੋਇਆ ਕਪਾਹ ਦਾ ਕੱਪੜਾ ਜਿਹੜਾ ਹੈ ਉਹ ਵਾਪਸ ਸੂਰਤ ਆਉਂਦਾ ਸੀਗਾ, ਔਰ ਸੂਰਤ ਦੀ ਬੰਦਰਗਾਹ ਤੋਂ ਇਹ ਦੂਜੇ ਦੇਸ਼ਾਂ ਨੂੰ ਭੇਜਿਆ ਜਾਂਦਾ ਸੀਗਾ, ਜਿਵੇਂ ਵੈਸਟ ਏਸ਼ੀਆ ਵਿੱਚ, ਈਸਟ ਅਫਰੀਕਾ ਵਿੱਚ ਔਰ ਮਾਲਾਬਾਰ ਰੀਜਨ ਦੇ ਵਿੱਚ ਭੇਜਿਆ ਜਾਂਦਾ ਸੀ ਸੂਰਤ ਤੋਂ ਕੱਪੜਾ। ਦੈਨ ਦ ਟੈਕਸਟਾਈਲਸ ਆਫ ਸੂਰਤ ਵਰ ਫੇਮਸ ਫॉर देयर ਬਾਰਡਰਸ ਐਮਬਰਾਇਡਰਡ ਵਿਦ ਜ਼ਰੀ, ਗੋਲਡ ਔਰ ਸਿਲਵਰ ਥ੍ਰੈਡ। ਸੂਰਤ ਦਾ ਕੱਪੜਾ ਬਹੁਤ ਮਸ਼ਹੂਰ ਸੀਗਾ ਕਿਉਂਕਿ ਇੱਥੇ ਕੱਪੜੇ ਦੇ ਬਾਰਡਰ ਦੇ ਉੱਪਰ ਜਿਹੜਾ ਹੈ ਜ਼ਰੀ ਦੇ ਨਾਲ ਕਢਾਈ ਹੁੰਦੀ ਸੀ। ਜ਼ਰੀ ਕੀ ਸੀਗਾ? ਇੱਕ ਤਰ੍ਹਾਂ ਦਾ ਸੋਨੇ ਜਾਂ ਸਿਲਵਰ ਦਾ ਧਾਗਾ ਹੁੰਦਾ ਸੀਗਾ, ਉਸ ਧਾਗੇ ਦੇ ਨਾਲ ਕਢਾਈ ਕੀਤੀ ਜਾਂਦੀ ਸੀ ਕੱਪੜੇ ਦੇ ਕਿਨਾਰੇ ਦੇ ਉੱਪਰ। ਸੋ ਜ਼ਰੀ ਬਾਰਡਰ ਕੱਪੜਾ ਜਿਹੜਾ ਸੂਰਤ ਦਾ ਬਹੁਤ ਮਸ਼ਹੂਰ ਸੀਗਾ। ਮੈਨੀ ਆਫ ਦ ਮਰਚੈਂਟਸ ਆਫ ਸੂਰਤ ਲਾਈਕ ਦ ਵੈਰੀ ਵੈਲਥੀ ਵਿਰਜੀ ਬੋਹਰਾ had huge banking houses which gave commercial credit on a large scale। ਸੂਰਤ ਦੇ ਬਹੁਤ ਸਾਰੇ ਵਪਾਰੀ ਜਿਵੇਂ ਕਿ ਅਮੀਰ ਵਿਰਜੀ ਬੋਹਰਾ ਵਪਾਰੀ ਸੀਗੇ, ਉਹਨਾਂ ਦੇ ਵੱਡੇ ਵੱਡੇ ਬੈਂਕਿੰਗ ਹਾਊਸ ਸੀਗੇ, ਔਰ ਇਹ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜਾ ਹੈ ਬਹੁਤ ਵਿਆਜ ਦੇ ਉੱਪਰ ਪੈਸਾ ਦਿੰਦੇ ਸੀ ਵੱਡੇ ਸਕੇਲ ਦੇ ਉੱਪਰ। ਔਰ ਇਹਨਾਂ ਵਪਾਰੀਆਂ ਦੀਆਂ ਜਿਹੜੀਆਂ ਹੁੰਡੀਆਂ ਸੀਗੀਆਂ ਉਹ ਦੂਰ ਦੂਰ ਤੱਕ ਚੱਲਦੀਆਂ ਸੀਗੀਆਂ, ਜਿਵੇਂ ਕਿ ਇਜਿਪਟ ਵਿੱਚ ਕਾਇਰੋ ਦੇ ਵਿੱਚ ਵੀ ਇਹਨਾਂ ਦੀ ਹੁੰਡੀ ਚੱਲਦੀ ਸੀਗੀ, ਇਰਾਕ ਵਿੱਚ ਬਸਰਾ ਪਲੇਸ 'ਤੇ, ਔਰ ਬੈਲਜੀਅਮ ਦੇ ਐਂਟਵਰਪ ਦੇ ਵਿੱਚ ਵੀ ਸੂਰਤ ਦੇ ਇਹਨਾਂ ਵਪਾਰੀਆਂ ਦੀ ਹੁੰਡੀ ਚੱਲਦੀ ਸੀ। ਆਪਾਂ ਨੂੰ ਪਤਾ ਨਾ ਹੁੰਡੀ ਕੀ ਹੁੰਦੀ ਹੈ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਵਪਾਰੀ ਜਦੋਂ ਟਰੈਵਲ ਕਰਦੇ ਸੀਗੇ ਤੇ ਆਪਣਾ ਕੈਸ਼ ਵਗੈਰਾ ਜਿਹੜਾ ਸੀਗਾ ਉਹ ਪਹਿਲਾਂ ਹੀ ਜਾਣ ਤੋਂ ਪਹਿਲਾਂ ਹੀ ਕਿਸੇ ਕੰਪਨੀ ਨੂੰ ਜਮ੍ਹਾਂ ਕਰਵਾ ਦਿੰਦੇ ਸੀਗੇ, ਔਰ ਅੱਗੋਂ ਜਦੋਂ ਆਪਣੀ ਮੰਜ਼ਿਲ 'ਤੇ ਪਹੁੰਚਦੇ ਸੀਗੇ ਉੱਥੇ ਜਾ ਕੇ ਉਸੇ ਕੰਪਨੀ ਦੇ ਏਜੰਟ ਕੋਲੋਂ ਉਹ ਹੁੰਡੀ ਔਰ ਰਸੀਦ ਦਿਖਾ ਕੇ ਕੈਸ਼ ਆਪਣਾ ਵਾਪਸ ਲੈ ਲੈਂਦੇ ਸੀਗੇ। ਇਹ ਸੀ ਹੁੰਡੀ ਸਿਸਟਮ। ਸੋ ਸੂਰਤ ਦੇ ਜਿਹੜੇ ਵਿਰਜੀ ਬੋਹਰਾ ਮਰਚੈਂਟ ਸੀਗੇ ਇਹਨਾਂ ਦੀ ਹੁੰਡੀ ਦੂਸਰੇ ਦੇਸ਼ਾਂ 'ਚ ਵੀ ਚੱਲਦੀ ਸੀਗੀ। ਸੂਰਤ ਹੈਡ ਅ ਫਲਰਿਸ਼ਿੰਗ ਸ਼ਿਪ ਬਿਲਡਿੰਗ ਇੰਡਸਟਰੀ। ਸੂਰਤ ਦੇ ਵਿੱਚ ਬਹੁਤ ਵਿਕਸਿਤ ਸ਼ਿਪ ਬਿਲਡਿੰਗ ਇੰਡਸਟਰੀ ਸੀ, ਇੱਥੇ ਸ਼ਿਪਸ ਵੀ ਬਣਾਏ ਜਾਂਦੇ ਸੀਗੇ। ਸੂਰਤ ਸ਼ਿਪਸ ਵਰ ਬਿਲੀਵਡ ਟੂ ਰਾਈਵਲ ਯੂਰਪੀਅਨ ਸ਼ਿਪਸ ਇਨ ਕੁਆਲਿਟੀ। ਇਹਦੇ ਸੂਰਤ ਦੇ ਬਣੇ ਹੋਏ ਸ਼ਿਪਸ ਜਿਹੜੇ ਸੀਗੇ ਯੂਰਪ ਦੇ ਸ਼ਿਪਸ ਤੋਂ ਵੀ ਜ਼ਿਆਦਾ ਵਧੀਆ ਕੁਆਲਿਟੀ ਦੇ ਮੰਨੇ ਜਾਂਦੇ ਸੀਗੇ। ਡਿਊਰਿੰਗ ਦਾ ਮੁਗਲ ਪੀਰੀਅਡ ਦਾ ਪਿਲਗ੍ਰਿਮਸ ਸੇਲਡ ਫॉर ਮੱਕਾ ਫਰੋਮ ਦਾ ਪੋਰਟ ਆਫ ਸੂਰਤ। ਔਰ ਮੁਗਲ ਪੀਰੀਅਡ ਦੇ ਦੌਰਾਨ ਜਦੋਂ ਤੀਰਥ ਯਾਤਰੀ ਹਿੰਦੁਸਤਾਨ ਤੋਂ ਮੱਕੇ ਮਦੀਨੇ ਜਾਂਦੇ ਹੁੰਦੇ ਸੀਗੇ ਤਾਂ ਉਹ ਸੂਰਤ ਦੀ ਬੰਦਰਗਾਹ ਤੋਂ ਹੀ ਜਹਾਜ਼ ਵਿੱਚ ਬੈਠ ਕੇ ਰਵਾਨਾ ਹੁੰਦੇ ਸੀ। In the 16th century, Portuguese traders handled a large part of Surat's overseas trade। 16ਵੀਂ ਸਦੀ ਦੇ ਵਿੱਚ ਜਾ ਕੇ ਪੁਰਤਗਾਲ ਦੇ ਵਪਾਰੀਆਂ ਨੇ ਸੂਰਤ ਦੇ ਓਵਰਸੀਜ਼ ਟ੍ਰੇਡ ਦੇ ਉੱਪਰ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। In the 17th century, English and Dutch traders set up trading outposts at Surat। ਔਰ 17th century ਦੇ ਵਿੱਚ ਅੰਗਰੇਜ਼ਾਂ ਨੇ ਔਰ ਡੱਚ ਨੇ ਜਿਹੜਾ ਹੈ ਸੂਰਤ ਦੇ ਵਿੱਚ ਆਪਣੇ ਵਪਾਰਕ ਅੱਡੇ ਬਣਾ ਲਏ ਸੀਗੇ। The European traders exported large quantities of indigo from Surat। ਔਰ ਯੂਰਪ ਦੇ ਵਪਾਰੀ ਜਿਹੜੇ ਸੀਗੇ ਉਹ ਸੂਰਤ ਤੋਂ ਕਾਫੀ ਸਾਰਾ ਨੀਲ ਜਿਹੜਾ ਹੈ ਦੂਜੇ ਦੇਸ਼ਾਂ ਨੂੰ ਭੇਜਦੇ ਹੁੰਦੇ ਸੀਗੇ। ਸੂਰਤ lost importance after Bombay became the chief center of overseas trade with Europe। ਹੌਲੀ ਹੌਲੀ ਜਦੋਂ ਬੰਬੇ ਡਿਵੈਲਪ ਹੋਇਆ, ਬੰਬੇ ਪੋਰਟ ਡਿਵੈਲਪ ਹੋਈ ਤਾਂ ਸੂਰਤ ਪੋਰਟ ਦੀ ਜਿਹੜੀ ਇੰਪੋਰਟੈਂਸ ਸੀ ਉਹ ਘਟ ਗਈ ਔਰ ਬਾਅਦ ਵਿੱਚ ਜ਼ਿਆਦਾ ਵਪਾਰ ਬੰਬੇ ਤੋਂ ਹੋਣ ਲੱਗ ਗਿਆ, ਜਿਸ ਕਾਰਨ ਸੂਰਤ ਸ਼ਹਿਰ ਦੀ ਪ੍ਰਸਿੱਧੀ ਕਾਫੀ ਘਟ ਗਈ। ਸੋ ਇਹਦੇ ਨਾਲ ਹੀ ਤੁਹਾਡਾ ਚੈਪਟਰ ਫਿਨਿਸ਼ ਹੁੰਦਾ ਹੈ। ਥੈਂਕ ਯੂ ਵੈਰੀ ਮਚ।